अस्सलाम वालेकुम रहमतुल्लाह बरकातहू। अबू अब्दुल्ला हाज़िर खिदमत। अज का जो मौजू है ना, भुख ना लगन की वजूहात की है। तगड़े बंदे तो भुख वैसे लगती ही नहीं। अद्धे उन्होंने परहेज दसे होंगे तो अद्धे उन्होंने भुख नहीं लगती। वजह की कि अपनी कैलरीज को बर्न नहीं करता, मेहनत मजदूरी नहीं करता। जबकि अल्लाह ने इंसान को कसरत वास्ते पैदा किया है। जे कसरत करोगे तो भुख लगेगी, जे कसरत नहीं करोगे तो भुख नहीं लगेगी। अज इंज करते हैं, एक तजर्बा करने कि एक तगड़ा बंदा जो बैंकर है या बिजनेसमैन है या रिटायर्ड जिंदगी गुजारता है, जो ਜਿਹੜਾ ਸਕੂਨ ਪ੍ਰਸਤੀ ਇੱਕ ਬਹੁਤ ਵੱਡੀ ਬਿਮਾਰੀ ਹੈ। ਆਰਾਮ ਪ੍ਰਸਤੀ ਬਹੁਤ ਵੱਡੀ ਬਿਮਾਰੀ ਹੈ। ਜਿੰਨੀ ਦੇਰ ਤੱਕ ਤੁਸੀਂ ਸੁੱਤੇ ਰਹੋਗੇ ਜਨਾਬ, ਬਹਿ ਕੇ ਸੌਂ ਗਏ, ਖਾ ਕੇ ਸੌਂ ਗਏ, ਖਾ ਕੇ ਜਨਾਬ ਕੁਰਸੀ ਤੇ ਆਪਣਾ ਮੋਬਾਈਲ ਵੇਖਣ ਲੱਗ ਪਏ, ਜਨਾਬ ਭੁੱਖ ਨਹੀਂ ਲੱਗੇਗੀ ਉਨੀ ਦੇਰ ਤੱਕ ਜਦ ਤੱਕ ਤੁਸੀਂ ਕਸਰਤ ਨਹੀਂ ਕਰਦੇ। ਇਹਦੇ ਮੁਕਾਬਲੇ 'ਚ ਅਸੀਂ ਹੁਣ ਇੱਕ ਮਜ਼ਦੂਰ ਨੂੰ ਲੈਂਦੇ ਹਾਂ। ਮੇਰੇ ਕੋਲ ਮਜ਼ਦੂਰ ਤਬਕਾ ਜਿਹੜਾ ਨਾ ਬਹੁਤ ਘੱਟ ਮਰੀਜ਼ ਆਉਂਦੇ ਨੇ। ਮੇਰੇ ਕੋਲ ਹਮੇਸ਼ਾ ਤਗੜੇ ਮਰੀਜ਼ ਆਉਂਦੇ ਨੇ ਜਿਨ੍ਹਾਂ ਨੂੰ ਰਾਹਤ ਤੇ ਆਰਾਮ ਦੀ ਆਦਤ ਹੈ ਜਾਂ ਰਾਹਤ ਤੇ ਆਰਾਮ ਦੀ ਬਿਮਾਰੀ ਹੈ। ਆਰਾਮ ਵੀ ਇੱਕ ਬਹੁਤ ਵੱਡੀ ਬਿਮਾਰੀ ਹੈ। ਜੇ ਤੁਸੀਂ ਕਸਰਤ ਨਹੀਂ ਕਰਦੇ ਤੇ ਭੁੱਖ ਨਹੀਂ ਲੱਗਣੀ। ਹੁਣ ਮੈਂ ਅਕਸਰ ਔਕਾਤ ਮਤਲਬ ਮਾੜਿਆਂ ਬੰਦੇ ਨਾਲ ਮੈਨੂੰ ਜ਼ਿਆਦਾ ਮੁਹੱਬਤ ਹੈ, ਤਗੜਿਆਂ ਨਾਲ ਵੀ ਮੁਹੱਬਤ ਹੈ, ਲੇਕਿਨ ਬੈਠਣ ਜਿਹੜੀ ਹੈ ਜ਼ਿਆਦਾ ਮਾੜਿਆਂ ਨਾਲ ਹੈ, ਕਿਉਂਕਿ ਉਹਨਾਂ ਨਾਲ ਫਿਰ ਬਹਿ ਕੇ ਖੁੱਲ ਕੇ ਗੱਲ ਕਲਾਮ ਹੋ ਜਾਂਦੀ। ਤਗੜੇ ਨਾਲ ਜ਼ਰਾ ਜੀ ਹਜ਼ੂਰੀ ਕਰਨੀ ਪੈਂਦੀ, ਇਸ ਲਈ ਜ਼ਰਾ ਮੈਂ ਘੱਟ ਬਹਿਣਾ ਤਗੜੇ ਕੋਲ। ਇੱਕ ਮਜ਼ਦੂਰ ਬੰਦਾ ਜਦੋਂ ਸਵੇਰੇ ਕੰਮ ਤੇ ਜਾਂਦਾ ਹੈ ਨਾ, ਉਹ ਸਵੇਰੇ ਜਨਾਬ 2 ਤੋਂ 3 ਰੋਟੀਆਂ ਅਚਾਰ ਨਾਲ, ਚਟਨੀ ਨਾਲ, ਗੰਢੇ ਨਾਲ, ਕਿਸੇ ਚੀਜ਼ ਨਾਲ ਖਾ ਕੇ ਮਿਨੀਮਮ 2 ਰੋਟੀਆਂ ਮੈਕਸੀਮਮ 3 ਖਾ ਕੇ ਤੇ ਫਿਰ ਜਾਂਦਾ। ਦੁਪਹਿਰ ਨੂੰ ਵੀ ਉਹਨਾਂ ਨੇ ਰੈਸਟ ਕਰਨੀ ਹੈ। ਜਦੋਂ ਮਜ਼ਦੂਰ ਨੇ ਜਾਂ ਮਿਸਤਰੀ ਨੇ ਕੰਮ ਕਰਨਾ, ਉਹਨੇ ਰੈਸਟ ਕਰਨੀ ਹੈ ਤੇ ਰੋਟੀ ਖਾਣੀ। ਉਦੋਂ ਵੀ 3 ਤੋਂ 4 ਰੋਟੀਆਂ ਆਸਾਨੀ ਨਾਲ ਖਾ ਜਾਂਦਾ ਹੈ। ਅਗਰ ਕੋਈ ਮਜ਼ਦੂਰ ਮੇਰੀ ਇਹ ਗੱਲ ਸੁਣਦਾ ਪਿਆ, ਕੋਈ ਮਿਸਤਰੀ ਗੱਲ ਸੁਣਦਾ ਪਿਆ, ਤੇ ਰਾਜ ਕਮੈਂਟ ਜ਼ਰੂਰ ਕਰਨਾ ਤਾਂ ਕਿ ਦੂਸਰਿਆਂ ਨੂੰ ਤੇ ਮੈਨੂੰ ਪਤਾ ਹੋਵੇ। ਮੇਰਾ ਤੇ ਇਹ ਆਮ ਲੋਕਾਂ ਨਾਲ ਤਲਕ ਹੈ, ਮੈਨੂੰ ਤਾਂ ਪਤਾ ਹੈ। ਸ਼ਾਮ ਨੂੰ ਵੀ ਜਦੋਂ ਉਹਨਾਂ ਨੇ ਕੰਮ ਛੱਡ ਕੇ ਤੇ ਘਰ ਨੂੰ ਆਉਣਾ ਨਾ, ਤੇ ਉਹਨਾਂ ਨੂੰ ਜਨਾਬ ਹੜਬੂ ਕਰਦੇ ਆਉਣਾ, ਕਿਉਂਕਿ ਮਿਸਤਰੀ ਨੂੰ ਤੇ ਮਜ਼ਦੂਰ ਨੂੰ ਆਮ ਜਿਹੜਾ ਬੰਦਾ ਕਸਰਤ ਕਰਨ ਵਾਲਾ ਜ਼ਿਮੀਂਦਾਰ ਹੈ, ਬੰਨੇ ਪੱਟਦਾ ਹੈ, ਨਾਲੇ ਜਨਾਬ ਸਿੱਧੇ ਕਰਦਾ ਜਾਂ ਵਾਹੀ ਬੀਜੀ ਕਰਦਾ, ਭੁੱਖ ਉਹਨੂੰ ਵੀ ਬੜੀ ਲੱਗਦੀ। ਸ਼ਾਮ ਨੂੰ ਵੀ ਆ ਕੇ ਉਹ 2-3 ਰੋਟੀਆਂ ਜਨਾਬ ਮਾਨ ਜਾਂਦਾ। ਅੱਛਾ, ਦਿਹਾੜੀ 'ਚ ਮੇਰਾ ਖਿਆਲ ਹੈ 8 ਤੋਂ 10 ਰੋਟੀਆਂ ਜਿਹੜਾ ਇੱਕ ਮਜ਼ਦੂਰ ਬਾਸਾਨੀ ਖਾ ਲੈਂਦਾ ਤੇ ਉਹਦਾ ਮਿਹਦਾ, ਲੱਕੜ ਹਜ਼ਮ, ਪੱਥਰ ਹਜ਼ਮ ਸਾਰਾ ਬਿਹਤਰੀਨ ਕੀਤਾ ਜਾਂਦਾ। ਇਹਦੇ ਮੁਕਾਬਲੇ 'ਚ ਅਸੀਂ ਹੁਣ ਲੈਣ ਆ ਤਗੜੇ ਬਿਜ਼ਨਸਮੈਨਾਂ ਨੂੰ, ਤਗੜੇ ਜਨਾਬ ਜਿਹੜੇ ਬੈਂਕਰ ਨੇ ਜਾਂ ਵੱਡੇ ਅਹੁਦਿਆਂ ਤੋਂ ਜਿਹੜੇ ਬੰਦੇ ਰਿਟਾਇਰਡ ਹੋ ਕੇ ਬੈਠੇ ਨੇ ਜਾਂ ਹਾਲੇ ਜੌਬ ਕਰਦੇ ਪਏ ਨੇ ਜਨਾਬ। ਇਵੇਂ ਵੀ ਪੈਸਾ ਤਾਂ ਲੱਖਾਂ ਹੈ ਉਹਨਾਂ ਕੋਲ, ਕਰੋੜਾਂ, ਬੜੀ ਪ੍ਰਾਪਰਟੀ ਹੈ। ਉਹ ਪ੍ਰਾਪਰਟੀ ਜਿਹੜੀ ਹੈ ਨਾ, ਉਹ ਜਨਾਬ ਉਹਨਾਂ ਨੂੰ ਰੋਟੀ ਨਹੀਂ ਖਾਣ ਦਿੰਦੀ। ਉਹ ਪ੍ਰਾਪਰਟੀ ਦੀ ਜਿਹੜੀ ਫਿਕਰ ਹੈ, ਉਹ ਜਿਹੜਾ ਜੋੜਿਆ ਬਹੁਤ ਕੁਝ, ਉਹਨੂੰ ਸੇਵ ਕਰਦਿਆਂ ਜਿਵੇਂ ਬੰਦਾ ਕੋਈ ਗਾਰਡ ਹੁੰਦਾ ਨਾ, ਸਿਕਿਉਰਿਟੀ ਗਾਰਡ ਹਿਫਾਜ਼ਤ ਕਰਦਾ ਹੈ, ਉਹਨਾਂ ਚੀਜ਼ਾਂ ਦੀ ਹਿਫਾਜ਼ਤ ਤੇ ਉਹਨਾਂ ਚੀਜ਼ਾਂ ਦੀ ਫਿਕਰਾਂ ਦੇ ਵਿੱਚ ਮੇਰੇ ਬਿਜ਼ਨਸ ਦਾ ਕੀ ਬਣਨਾ ਹੈ, ਬਿਜ਼ਨਸ ਰੋਕਿਆ ਜਨਾਬ, ਪ੍ਰਾਪਰਟੀ ਸੇਲ ਨਹੀਂ ਹੋ ਰਹੀ, ਪ੍ਰਾਪਰਟੀ ਜਾ ਨਹੀਂ ਰਹੀ, ਪੈਸੇ ਆ ਨਹੀਂ ਰਹੇ, ਹੈਗਾ ਬਹੁਤ ਕੁਝ ਹੈ ਕਿ ਗੜਬੜ ਨਾ ਹੋ ਜਾਵੇ। ਇਹ ਸੋਚਾਂ ਤੇ ਫਿਕਰਾਂ ਪਲੱਸ ਰੋਟੀ ਖਾ ਕੇ ਕਸਰਤ ਨਾ ਕਰਨ ਦੀ ਵਜ੍ਹਾ ਤੋਂ ਜਨਾਬ ਉਹਨਾਂ ਨੂੰ ਭੁੱਖ ਨਹੀਂ ਲੱਗਦੀ। ਫਿਰ ਉਹਨਾਂ ਨੂੰ ਜ਼ਿੰਦਗੀ ਦੇ ਮਜ਼ੇ ਦਾ ਕੋਈ ਪਤਾ ਨਹੀਂ। ਉਹਨਾਂ ਦੇ ਜ਼ਿੰਦਗੀ ਦੇ ਮਜ਼ੇ ਆਏ ਨੇ ਕਿ ਮੈਨੂੰ ਹਰ ਬੰਦਾ ਸਲਾਮ ਕਰੇ, ਮੇਰਾ ਅਹੁਦਾ ਵੱਡਾ ਹੋਵੇ, ਮੈਨੂੰ ਲੋਕੀ ਪਹਿਚਾਨਣ, ਮੇਰੀ ਲੋਕ ਇੱਜ਼ਤ ਕਰਨ, ਯਾਨੀ ਮੇਰੀ ਲੋਕੀ ਜੀ ਹਜ਼ੂਰੀ ਕਰਨ। ਉਹਨਾਂ ਨੂੰ ਖਾਣੇ ਪੀਣੇ ਨਾਲ ਨਹੀਂ ਹੁੰਦੀ। ਡਾਕਟਰ ਦੀ ਦਵਾਈ, ਹਕੀਮ ਦੀ ਦਵਾਈ ਜਨਾਬ ਬੜੇ ਸ਼ੌਕ ਨਾਲ ਖਾਣਗੇ, ਪਰ ਜੋ ਕੁਦਰਤ ਨੇ ਕਹਿ ਦਿੱਤਾ ਹੈ, ਜੋ ਇੱਕ ਸਿਸਟਮ ਹੈ, ਉਸ ਪਾਸੇ ਨਹੀਂ ਜਾਣਾ। ਮੈਂ ਅੱਜ ਤੁਹਾਨੂੰ ਉਹ ਰਾਜ਼ ਦੱਸ ਦੇਣਾ। ਅਗਰ ਤੁਸੀਂ ਆਪਦੀ ਬੋਡੀ ਨੂੰ ਕੁਝ ਵੀ ਨਹੀਂ ਕਰ ਸਕਦੇ ਤੇ 1 ਘੰਟਾ ਕਮ ਕਮ ਤੋੜੋ, ਭੰਨੋ, ਇਹਨੂੰ ਕਸਰਤ ਵਾਲੇ ਪਾਸੇ ਲੈ ਕੇ ਜਾਓ, ਜਿਹਨੂੰ ਤੁਸੀਂ ਵਰਜ਼ਸ਼ ਕਹਿੰਦੇ ਹੋ। ਜਦ ਤੱਕ ਤੁਸੀਂ ਵਰਜ਼ਸ਼ ਨਹੀਂ ਕਰਦੇ, ਟੁਰਦੇ ਫਿਰਦੇ ਨਹੀਂ, ਪੈਦਲ ਮਾਰਚ ਨਹੀਂ ਕਰਦੇ, ਕਤੀ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਕਿ ਤੁਹਾਨੂੰ ਭੁੱਖ ਲੱਗ ਜਾਵੇ। ਜਿਹੜਾ ਤੁਸੀਂ ਖਾਣਾ ਖਾ ਰਹੇ ਹੋ, ਨਾ ਤੁਹਾਨੂੰ ਡਕਾਰ ਆ ਰਿਹਾ, ਨਾ ਤੁਹਾਨੂੰ ਲੱਜ਼ਤ ਆਉਂਦੀ, ਬਸ ਥੋੜੀ ਜਿਹੀ ਰੋਟੀ ਖਾਦੀ ਤੇ ਪੇਟ ਟੈਟ ਹੋ ਗਿਆ। ਤੁਹਾਡੀਆਂ ਆਂਦਰਾਂ ਵੀ ਜਨਾਬ ਉਹਨਾਂ ਦੀ ਹਰਾਰਤ ਖਤਮ ਹੋ ਗਈ। ਕਿਉਂ? ਤੁਸੀਂ ਆਪਣੇ ਹਰਾਰਤ ਲੈਂਦੇ ਨਹੀਂ ਹੋ। ਧੁੱਪੇ ਬਹਿਣਾ ਕੋਣੀ, ਕੋਈ ਤਾਕਤ ਵਾਲਾ ਕੰਮ ਕਰਨਾ ਕੋਣੀ, ਤੇ ਜਨਾਬ ਮਿਹਦਾ ਤੇ ਆਂਦਰਾਂ ਦੀ ਵੀ ਹਰਾਰਤ ਇਹਨੂੰ ਪੂਰੀ ਨਹੀਂ ਹੁੰਦੀ। ਅਗਰ ਤੁਸੀਂ ਚਾਹੁੰਦੇ ਹੋ ਵੀ ਰੱਜ ਕੇ ਰੋਟੀ ਖਾਓ, ਕਮਲਿਓ ਜਿਹੜਾ ਤੁਸੀਂ ਇਥੋਂ ਕਮਾਣਾ ਹੈ, ਅਰਬਾਂ ਖਰਬਾਂ ਛੱਡ ਕੇ ਇੱਥੇ ਚਲੇ ਜਾਣਾ ਹੈ। ਸਵਾਦ ਹੁੰਦਾ ਜਿਹੜਾ ਤੁਸੀਂ ਆਪਣੇ ਹੱਥੀਂ ਦੇ ਦਿੱਤਾ ਕਿਸੇ ਨੂੰ, ਤੇ ਜਿਹੜਾ ਪਾ ਲਿਆ ਤੇ ਜਿਹੜਾ ਖਾ ਲਿਆ ਉਹ ਹੀ ਬਚਣਾ ਹੈ। ਬਾਕੀ ਦਾ ਸਿਰਫ ਤੁਸੀਂ ਗਾਰਡ, ਸਿਕਿਉਰਿਟੀ ਗਾਰਡ ਹਿਸਾਬ ਦੇਣਾ, ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ। ਤੇ ਮੈਂ ਇਲਤਜਾ ਕਰਨਾ, ਆਪਣੀ ਜ਼ਿੰਦਗੀ ਵੀ ਵੇਖੋ। ਕੋਈ ਮਜ਼ਦੂਰ ਬੰਦਾ ਉਹਨੇ ਦੁਪਹਿਰ ਦੀ ਰੋਟੀ ਖਾ ਲਈ ਨਾ, ਤੁਸੀਂ ਉਹਨੂੰ ਕਹੋ ਯਾਰ ਚਾਵਲਾਂ ਦੀ ਪਲੇਟ ਹੋਰ ਖਾ ਲੈ,
ਤੇ ਉਹਨੇ ਕੀ ਕਹਿਣਾ ਜੀ, ਲਿਆਓ ਜੀ ਬਿਸਮਿਲ੍ਲਾ ਜਨਾਬ, ਉਹਨੇ ਉਹ ਵੀ ਅੰਦਰ ਸੱਟ ਲੈਣੀ। ਅਸੀਂ ਇੱਥੇ कैलोरीज ਦੇ ਹਿਸਾਬ ਨਾਲ ਲੱਗੇ ਆ ਵੀ इतना खाना है, 5 खजूरें 3 बादाम, इन्ने चावल, इन्नी कैलोरी। ਉਹ ਯਾਰ ਮਜ਼ਦੂਰ ਬੰਦੇ ਨੂੰ ਕੈਲਰੀ ਨਾਲ ਕਿਹੜਾ ਲੱਗੇ। ਅਸਲ ਜ਼ਿੰਦਗੀ ਉਹ ਹੈ ਵੀ ਜੋ ਤੁਸੀਂ ਰੱਬ ਦੀ ਨਿਮਤ ਹੈ, ਜੋ ਅੱਲਾ ਨੇ ਮਖਲੂਕੇ ਖੁਦਾ ਵਾਸਤੇ, ਆਪਦੀ ਮਖਲੂਕ ਵਾਸਤੇ ਜੋ ਪੈਦਾ ਕੀਤਾ ਹੈ, ਬਣਾਇਆ ਹੈ, ਤੁਸੀਂ ਉਹਨੂੰ ਖਾਓ। ਇੱਥੇ ਤਾਂ ਮੈਂ ਵੇਖਣ ਡਿਆ ਵੀ ਲੋਕੀ ਕਹਿੰਦੇ ਨੇ ਗੰਦਮ ਤੋਂ ਅਲਰਜੀ ਹੋ ਰਹੀ, ਲੋਕੀ ਗੰਦਮ ਛੱਡੀ ਜਾ ਰਹੇ ਨੇ। ਅੱਛਾ, ਬੁੱਸੀਆਂ ਰੋਟੀਆਂ ਖਾ ਲੈਣੀਆਂ ਨੇ ਜਿਹਨੂੰ ਬ੍ਰੈਡ ਕਹਿੰਦੇ ਨੇ, ਬੁੱਸੇ ਰਸ ਖਾ ਲੈਣੇ ਨੇ, ਬੰਦ ਖਾ ਲੈਣੇ, ਕੈਮੀਕਲ ਵਾਲੀਆਂ ਚੀਜ਼ਾਂ ਖਾ ਲੈਣੀਆਂ ਨੇ, ਤੇ ਸਵੇਰੇ ਉੱਠ ਕੇ ਬਾਵਜ਼ੂ ਹੋ ਕੇ ਬੀਬੀਆਂ ਨੇ ਨਮਾਜ਼ ਤੋਂ ਬਾਅਦ ਆਟਾ ਗੁੰਨ ਕੇ ਚੰਗੀ ਤਰ੍ਹਾਂ ਤੇ ਬਿਸਮਿਲ੍ਲਾ ਪੜ੍ਹ ਕੇ ਰੋਟੀ ਪਕਾ ਕੇ ਆਪਦੇ ਬੱਚਿਆਂ ਨੂੰ ਨਹੀਂ ਦੇਣੀ। ਬੱਚਿਆਂ ਨੂੰ ਸਵੇਰੇ ਸਵੇਰੇ ਜਨਾਬ ਇੱਕ ਟੋਸਟਰ ਬਣਾ ਕੇ ਦੇ ਦੇਣਾ, ਉਹ ਖਾ ਲੈਂਦੇ ਨੇ। ਇੱਕ ਟੋਸਟਰ ਬਣਾ ਕੇ ਜਨਾਬ ਤੋਂ ਉਹਦੇ ਬੈਗ 'ਚ ਪਾ ਦੇਣਾ, ਲੈ ਬਈ ਇਹ ਤੂੰ ਦੁਪਹਿਰ ਨੂੰ ਖਾ ਲੈਣਾ। ਤੇ ਬੱਚੇ ਦੁਪਹਿਰ ਨੂੰ ਆਉਂਦੇ ਨੇ, ਫਿਰ ਸਲਾਂਟੀਆਂ ਪਾਪੜ ਨਿੰਬੂ ਖਾ ਕੇ ਉੱਥੋਂ ਸਕੂਲੋਂ ਘਰ ਨੂੰ ਆ ਜਾਂਦੇ ਨੇ, ਭੁੱਖ ਨਹੀਂ ਲੱਗਦੀ, ਨਿਡਾ ਲੋਗੇ ਪੈ ਰਹੇ ਨੇ ਬੱਚੇ ਵੀ ਕਮਜ਼ੋਰ। ਬਈ ਅਗਰ ਤੁਸੀਂ ਆਪਣੇ ਮੁਆਸ਼ਰੇ ਨੂੰ ਤੇ ਆਪਣੇ ਆਪ ਨੂੰ ਤੰਦਰੁਸਤ ਕਰਨਾ ਚਾਹੁੰਦੇ ਹੋ ਤੇ ਜ਼ਿੰਦਗੀ ਜਿਹੜੀ ਅੱਜ ਤੋਂ 30-40 ਸਾਲ ਪਹਿਲੇ ਸੀ ਉਹਦੇ ਤੇ ਫੋਕਸ ਕਰੋ। ਆਪਦੇ ਪਿਓ ਦਾਦੇ ਨੂੰ ਪੁੱਛੋ ਵੀ ਪਹਿਲੀ ਜ਼ਿੰਦਗੀ ਕੈਸੀ ਸੀ। ਜਿਹੜੀ ਸ਼ਹਿਰਾਂ ਦੀ ਜ਼ਿੰਦਗੀ ਹੈ ਨਾ, ਬਹੁਤ ਡੇਂਜਰਸ ਜ਼ਿੰਦਗੀ ਹੈ, ਕਿਉਂਕਿ ਲੋਕ ਇੱਥੇ ਮੈਡੀਕੇਸ਼ਨ ਤੇ ਜੀਂਦੇ ਪਏ ਨੇ। ਜਿਹੜੇ ਪਿੰਡਾਂ ਦੇ ਲੋਕ ਨੇ ਹਾਲੇ ਵੀ ਉਹ ਤੰਦਰੁਸਤ ਨੇ, ਉਹ ਜਿਹੜੇ ਜ਼ਿਮੀਂਦਾਰਾ ਕਰਦੇ ਪਏ ਨੇ ਤੰਦਰੁਸਤ ਨੇ, ਜਿਹੜੇ ਜਨਾਬ ਮਜ਼ਦੂਰੀ ਕਰਦੇ ਪਏ ਨੇ ਉਹ ਤੰਦਰੁਸਤ ਨੇ, ਜਿਹੜੇ ਕਸਰਤ ਕਰਦੇ ਪਏ ਨੇ ਉਹ ਤੰਦਰੁਸਤ ਨੇ। ਭੁੱਖ ਵੀ ਉਹਨਾਂ ਨੂੰ ਲੱਗਦੀ ਹੈ, ਭਾਵੇਂ ਅਚਾਰ ਨਾਲ ਰੋਟੀ ਖਾਣ ਤੇ, ਭਾਵੇਂ ਪਿਆਜ਼ ਨਾਲ ਤੇ, ਭਾਵੇਂ ਚਟਨੀ ਨਾਲ ਤੇ, ਭਾਵੇਂ ਸਾਲਣ ਨਾਲ। ਸਾਡੇ ਜਿਹੜੇ ਤਗੜੇ ਬੰਦੇ ਨੇ, ਜਿਹੜੇ ਸਟੇਟਸ ਵਾਲੇ ਨੇ, ਜਿਨ੍ਹਾਂ 'ਚ ਮੈਂ ਵੀ ਸ਼ਾਮਲ ਹਾਂ, ਉਹਨਾਂ ਦੇ ਕੋਲ ਨਿਹਮਤਾਂ ਦਬੱਤੀ ਵੀ ਨੇ, ਪਰ ਖਾਣ ਦੀ ਉਹਨਾਂ ਕੋਲ ਤਰਤੀਬ ਕੋਣੀ, ਉਹਨਾਂ ਕੋਲ ਜਨਾਬ ਰੋਟੀ ਖਵੀਂਦੀ ਕੋਣੀ। ਜਨਾਬ ਥੋੜੀ ਜਿਹੀ ਰੋਟੀ ਖਾਧੀ ਤੇ ਰੱਜ ਗਏ। ਤੇ ਜਨਾਬ ਜੇ ਦੁਨੀਆ ਤੇ ਆ ਕੇ ਉਹ ਹੀ ਬਚਣਾ ਜੇ ਜੋ ਦੇ ਦਿੱਤਾ, ਜੋ ਖਾ ਲਿਆ, ਜੋ ਪਾ ਲਿਆ। ਮੌਜ ਇਹ ਜੇ ਕਿ ਤੁਸੀਂ ਰੱਜ ਕੇ ਅਗਰ ਖਾਧਾ ਤੇ ਤੁਹਾਡੀ ਬੱਚਤ, ਜੇ ਰੱਜ ਕੇ ਖਾਧਾ ਕੋਈ ਨਾ ਤੇ ਆਖਰੀ ਉਮਰ 'ਚ ਬਾਲਾਂ ਵੀ ਕੋਈ ਸੰਭਾਲਣਾ। ਉਹ ਐਵੇਂ ਇਹ ਨਹੀਂ ਕਿ ਨਾ ਫਰਮਾਨ ਹੋ ਜਾਣਗੇ, ਉਹ ਜਨਾਬ ਐਵੇਂ ਆਪਣੇ ਆਪਣੇ ਕੰਮਾਂ ਤੇ ਜਾਣਗੇ ਤੇ ਅੱਬੀ ਤੇ ਅੱਬਾ ਤੇ ਅੰਮੀ ਕਹਿਣਗੇ ਜਨਾਬ ਸਾਨੂੰ ਪੁੱਛਦਾ ਕੋਈ। ਤਗੜੇ ਤਗੜੇ ਜਿੰਨੇ ਵੀ ਬੰਦੇ ਨੇ ਉਹਨਾਂ ਦੇ ਬੱਚੇ ਨੂੰ ਕੋਈ ਨਹੀਂ ਸੰਭਾਲਦੇ। ਅੱਜ ਵੀ ਮੈਂ ਪੱਕੀ ਗੱਲ, ਉਹਨਾਂ ਦੇ ਕੇਅਰ ਟੇਕਰ ਮੁਲਾਜ਼ਮ ਰੱਖੇ ਨੇ। ਬੱਚੇ ਤੋਂ ਕੋਈ ਫਰਾਂਸ ਫਿਰਨ ਡਿਆ, ਕੋਈ ਅਮਰੀਕਾ ਫਿਰਨ ਡਿਆ, ਕੋਈ ਕੈਨੇਡਾ ਫਿਰਨ ਡਿਆ, ਤੇ ਅੱਬਾ ਇੱਥੇ ਆ ਤੇ ਅੰਮੀ ਇੱਥੇ ਆ, ਤੇ ਉਹਨਾਂ ਕੋਲ ਮੁਲਾਜ਼ਮ ਨੇ ਉਹਨਾਂ ਨੂੰ ਸੰਭਾਲਣ ਡਿਆ ਨੇ। ਲਿਹਾਜ਼ਾ ਤੁਸੀਂ ਜਨਾਬ ਕੋਸ਼ਿਸ਼ ਕਰੋ, ਆਪਣੀ ਬਾਡੀ ਨੂੰ ਤੋੜੋ, ਭੰਨੋ, ਐਕਸਰਸਾਈਜ਼ ਕਰੋ, ਵਾਕ ਕਰੋ, ਟੁਰੋ ਫਿਰੋ, ਤਾਂ ਕਿ ਤੁਹਾਨੂੰ ਭੁੱਖ ਲੱਗੇ। ਭੁੱਖ ਉਦੋਂ ਲੱਗਣੀ ਹੈ ਜਦੋਂ ਬਾਡੀ ਦੀ એનર્ਜੀ ਤੁਸੀਂ ਵੇਸਟ ਕਰੋਗੇ, ਆਪਣੀ ਕੈਲਰੀਜ਼ ਨੂੰ ਬਰਨ ਕਰੋਗੇ। ਮੇਰੀ ਇਹ ਇਲਤਜਾ ਨਾ ਦੂਸਰਿਆਂ ਦੇ ਸਾਹਮਣੇ ਵੀ ਰੱਖੋ। ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟਾਂ 'ਚ ਮੈਨੂੰ ਆਪਣੀ ਰਾਏ ਦਿਓ ਤੇ ਇਸ ਵੀਡੀਓ ਨੂੰ ਲਾਈਕ ਕਰੋ, ਤਾਂ ਕਿ ਮੈਨੂੰ ਵੀ ਅਹਿਸਾਸ ਹੋਵੇ ਮੈਂ ਚੰਗਾ ਕੰਮ ਕਰਦਾ ਪਿਆ ਕਿ ਮੰਦਾ ਕੰਮ ਕਰਨਾ ਪਿਆ। ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ ਵਰਹਿਮਤੁல்லாਹ ਵਬਰਕਾਤੁਹੂ।